ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਪ੍ਰੋਗਰਾਮ ਸਮਾਜ ਸੁਧਾਰ ਦੇ ਨਾਲ ਮੈਂ ਹਾਂ ਤੁਹਾਡਾ ਮੇਜ਼ਬਾਨ ਇਰਫਾਨ ਤਾਰੜ। ਨਾਜ਼ਰੀਨ, ਕਾਨੂੰਨ ਦੀ ਹੁਕਮਰਾਨੀ ਕਿਸੇ ਵੀ ਮੁਆਸ਼ਰੇ, ਕਿਸੇ ਵੀ ਸਮਾਜ ਦੇ ਵਿੱਚ ਇੱਕ ਰੀੜ੍ਹ ਦੀ ਹੱਡੀ ਦੀ ਹੈਸੀਅਤ ਰੱਖਦੀ ਹੈ। ਜਿਨ੍ਹਾਂ ਮੁਆਸ਼ਰਿਆਂ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਨਹੀਂ ਹੁੰਦੀ, ਉੱਥੇ ਇੰਤਸ਼ਾਰ, ਬਦਅਮਨੀ ਦੇ ਨਾਲ ਬੇਸ਼ੁਮਾਰ ਮਸਾਇਲ ਜਨਮ ਲੈਂਦੇ ਨੇ। ਸਾਡੇ ਅੱਜ ਦੇ ਪ੍ਰੋਗਰਾਮ ਦਾ ਮੌਜੂ ਹੈ ਕਿਸੇ ਵੀ ਮੁਆਸ਼ਰੇ ਦੀ ਤਰੱਕੀ, ਸਮਾਜ ਦੀ ਤਰੱਕੀ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਦਾ ਕੀ ਕਿਰਦਾਰ ਹੈ। ਸਾਡੇ ਕੋਲ ਸਟੂਡੀਓ ਦੇ ਵਿੱਚ ਅੱਜ ਮੌਜੂਦ ਨੇ ਸਾਡੇ ਮੁਅੱਜ਼ਜ਼ ਮਹਿਮਾਨ ਅਬਦੁੱਲਾ ਅਹਿਮਦ ਯਾਰ ਸਾਹਿਬ, PSP ਪੁਲਿਸ ਸਰਵਿਸ ਤੋਂ ਇਹਨਾਂ ਦਾ ਤਾल्लुक ਹੈ। ਔਰ ਸਾਡੇ ਦੂਸਰੇ ਮਹਿਮਾਨ ਡਾਕਟਰ ਨਵੀਦ ਸਾਹਿਬ, ਮਸ਼ਹੂਰ ਮਾਹਿਰ ਕਾਨੂੰਨ ਨੇ, ਪ੍ਰੋਫੈਸਰ ਆਫ ਲਾਅ ਨੇ ਔਰ ਪਾਕਿਸਤਾਨ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਤੋਂ ਤਾल्लुक ਰੱਖਦੇ ਨੇ। ਮੈਂ ਦੋਨੋਂ ਮੁਅੱਜ਼ਜ਼ ਮਹਿਮਾਨਾਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹ ਸਾਡੇ ਕੋਲ ਮੌਜੂਦ ਆਏ। ਮੈਂ ਆਪਣੇ ਪ੍ਰੋਗਰਾਮ ਦਾ ਆਗਾਜ਼ ਅਬਦੁੱਲਾ ਅਹਿਮਦ ਯਾਰ ਤੁਹਾਡੇ ਤੋਂ ਕਰਾਂਗਾ। ਤੁਸੀਂ ਦੱਸੋ ਕਿ ਕਿਸੇ ਵੀ ਮੁਆਸ਼ਰੇ ਦੇ ਵਿੱਚ, ਬਲਕਿ ਤੁਸੀਂ ਇਹ ਮੈਨੂੰ ਦੱਸੋ ਕਿ ਕਾਨੂੰਨ ਦੀ ਹੁਕਮਰਾਨੀ ਹੁੰਦੀ ਕੀ ਹੈ। ਸਾਡੇ ਨਾਜ਼ਰੀਨ ਨੂੰ ਸਾਦਾ ਅਲਫਾਜ਼ ਦੇ ਵਿੱਚ ਥੋੜ੍ਹਾ ਜਿਹਾ ਸਮਝਾਓ। ਕਾਨੂੰਨ ਦੀ ਹੁਕਮਰਾਨੀ ਤੋਂ ਮੁਰਾਦ ਮੁਖਤਲਿਫ ਇੱਕ ਤਸੱਵਰ ਹੈ। ਇਸ ਤੋਂ ਮੁਰਾਦ ਇਹ ਵੇ ਕਿ ਕਾਨੂੰਨ ਜਿਹੜਾ ਕਿ ਮੁਕੰਨਨਾ ਜਾਂ ਪਾਰਲੀਮੈਂਟ ਬਣਾਉਂਦੀ ਹੈ, ਉਸ ਦੀ ਇੰਪਲੀਮੈਂਟੇਸ਼ਨ ਹੋਏ, ਉਸ ਦੀ ਨਜ਼ਰ ਦੇ ਵਿੱਚ ਸਭ ਬਰਾਬਰ ਹੋਣ। ਕਾਨੂੰਨ ਜਿਹੜਾ ਸਭ ਦੇ ਨਾਲ ਬਰਾਬਰ ਇੱਕ ਹੀ ਤਰ੍ਹਾਂ ਟਰੀਟ ਕਰੇ ਔਰ ਸਭ ਨੂੰ ਇਨਸਾਫ ਮੁਹੱਈਆ ਕਰੇ। ਅਤੇ ਜਿਸ ਮੁਆਸ਼ਰੇ ਦੇ ਵਿੱਚ ਕਾਨੂੰਨ ਦੀ ਬਰਾਬਰੀ ਨਹੀਂ ਹੈ, ਉਹ ਜੰਗਲ ਦਾ ਮੁਆਸ਼ਰਾ ਹੈ। ਔਰ ਇਹ ਕੌਨਸੈਪਟ ਬਹੁਤ ਪੁਰਾਣਾ ਹੈ ਔਰ ਇਹ ਕੋਈ ਕਹਿ ਲਓ ਕਿ ਯੂਨਾਨੀ ਦੌਰ ਤੋਂ ਇਹ ਤਸੱਵਰ ਨਿਕਲਿਆ ਕਿ ਰੂਲ ਆਫ ਲਾਅ ਇੱਕ ਜਿਹੜੀ ਟਰਮ ਹੈ ਉਹ ਹਰ ਮੁਆਸ਼ਰੇ ਦਾ ਲਾਜ਼ਮੀ ਜੁਜ਼ਵ ਹੈ। ਉਸ ਤੋਂ ਬਗੈਰ ਕੋਈ ਵੀ ਮੁਆਸ਼ਰਾ, ਮੁਹੱਜ਼ਬ ਮੁਆਸ਼ਰਾ ਚੱਲ ਨਹੀਂ ਸਕਦਾ। ਤੁਹਾਡੇ ਕਹਿਣ ਦਾ ਮਕਸਦ ਇਹ ਵੇ ਕਿ ਕਿਸੇ ਵੀ ਮੁਆਸ਼ਰੇ ਨੂੰ ਚਲਾਉਣ ਵਾਸਤੇ ਉਹਦੀ ਜਿਹੜੀ ਬੁਨਿਆਦੀ ਇਕਾਈ ਹੈ ਉਹ ਮੁਖਤਲਿਫ ਕਵਾਨੀਨ ਨੇ ਔਰ ਉਹਨਾਂ ਕਵਾਨੀਨ 'ਤੇ ਅਮਲ ਕਰਨਾ ਕਾਨੂੰਨ ਦੀ ਹੁਕਮਰਾਨੀ ਹੈ। ਡਾਕਟਰ ਸਾਹਿਬ, ਮੈਂ ਤੁਹਾਡੀ ਤਰਫ ਆਉਣਾ। ਤੁਸੀਂ ਚੂँਕਿ ਇੱਕ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਾਹਿਦ ਪੋਸਟ ਡਾਕਟਰੇਟ ਹੋ ਜਿਨ੍ਹਾਂ ਨੇ ਲਾਅ ਦੇ ਵਿੱਚ ਕੀਤਾ ਹੈ, ਤੁਸੀਂ ਇਹ ਦੱਸੋ ਸਨ ਕਿ ਕਾਨੂੰਨ ਦੀ ਹੁਕਮਰਾਨੀ ਦੀ ਅਹਿਮੀਅਤ ਕੀ ਹੈ। ਕਿਸੇ ਵੀ ਮੁਆਸ਼ਰੇ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਦੀ ਕੀ ਅਹਿਮੀਅਤ ਹੈ? ਕਾਨੂੰਨ ਦੀ ਹੁਕਮਰਾਨੀ ਤੋਂ ਮੁਰਾਦ ਦੋ ਤਿੰਨ ਚੀਜ਼ਾਂ ਲੈਣਾ, ਕਿਉਂਕਿ ਅਸੀਂ ਬਰਤਾਨੀਆ ਨੂੰ ਫੋਲੋ ਕਰਨੇ ਆ, ਕਿਉਂਕਿ ਜ਼ਾਹਿਰ ਹੈ ਸਾਡੇ ਬ੍ਰਿਟਿਸ਼ ਇੰਡੀਆ 'ਤੇ ਉਹਨਾਂ ਨੇ ਹੁਕੂਮਤ ਵੀ ਕੀਤੀ। ਮੈਂ ਸਭ ਤੋਂ ਪਹਿਲੇ ਉਹਨਾਂ ਦੇ ਇੱਕ ਫਿਲਾਸਫਰ ਨੂੰ ਲਾਂਗਾ, ਇੱਕ ਜਿਹੜਾ ਜੂਰਿਸਟ ਸੀ, ਪ੍ਰੋਫੈਸਰ ਏਵੀ ਡਾਇਸੀ, ਆਕਸਫੋਰਡ ਯੂਨੀਵਰਸਿਟੀ ਦਾ ਪ੍ਰੋਫੈਸਰ ਸੀ। ਉਹਨੇ ਇੱਕ ਕਾਨੂੰਨ ਦਿੱਤਾ, ਗੋ ਕਿ ਕੁਛ ਐਡਵਰਡ ਕੋਕ ਔਰ ਬਾਕੀ ਲੋਕਾਂ ਨੇ ਵੀ ਇਹਦੇ ਬਾਰੇ ਕਿਹਾ, ਲੇਕਿਨ ਮੈਂ ਇਹਨੂੰ ਇਸ ਲਈ ਲਾਂਗਾ ਕਿ ਇਹਦੇ ਦੋ ਜਿਹੜੇ ਇਹਦੇ ਬੁਨਿਆਦੀ ਜੁਜ਼ ਸਨ ਕਿ ਸੁਪਰੀਮੇਸੀ ਆਫ ਲਾਅ ਯਾਨੀ ਕਾਨੂੰਨ ਦੀ ਬਾਲਾਦਸਤੀ, ਔਰ ਦੂਸਰਾ ਹੈ ਸੀ ਉਹਦੇ ਵਿੱਚ ਕਿ ਕਾਨੂੰਨ ਦੇ ਨਜ਼ਰ ਦੇ ਵਿੱਚ ਸਭ ਬਰਾਬਰ ਨੇ। ਈਵਨ ਦੈਨ ਜੋ ਏਵੀ ਡਾਇਸੀ ਨੇ ਤਾਰੀਫ ਕੀਤੀ, ਉਹਨੇ ਬਾਦਸ਼ਾਹ ਨੂੰ ਵੀ ਨਹੀਂ ਮੁਬਰਰਾ ਕਰਾਰ ਦਿੱਤਾ। ਉਹਨੇ ਕਿਹਾ ਜੀ ਤਮਾਮ ਲੋਕ ਜਿਹੜੇ ਨੇ ਕਾਨੂੰਨ ਦੀ ਨਜ਼ਰ 'ਚ ਬਰਾਬਰ ਨੇ ਔਰ ਅਗਰ ਕੋਈ ਐਸਾ ਗੈਰ ਕਾਨੂੰਨੀ ਕੰਮ ਕਰਦੇ ਨੇ ਤਾਂ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ। ਔਰ ਤੁਸੀਂ ਦੇਖੋ ਕਿ ਕਿਸੇ ਵੀ ਮਾਸ਼ਰੇ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ। ਅਗਰ ਕਿਸੇ ਮਾਸ਼ਰੇ ਨੇ ਤਰੱਕੀ ਕਰਨੀ ਹੈ ਤੇ ਤੁਹਾਨੂੰ ਇੱਕ ਜ਼ਬਰਦਸਤ ਕਿਸਮ ਦਾ ਜਿਹੜਾ ਕਾਨੂੰਨੀ ਨਿਜ਼ਾਮ ਦੇਣਾ ਪਏਗਾ। ਮਸਲਨ ਪਾਕਿਸਤਾਨ ਦਾ ਜਿਹੜਾ ਆਇਨ ਹੈ 1973 ਦਾ ਦੁਨੀਆ ਦਾ ਬਿਹਤਰੀਨ ਆਇਨਸ ਦੇ ਵਿੱਚੋਂ ਇੱਕ ਆਇਨ ਹੈ। ਇੱਕ ਗੱਲ ਇਹ ਹੋ ਗਈ ਕਿ ਆਇਨ ਦੀ ਹੁਕਮਰਾਨੀ ਵੀ ਇੱਕ ਕਾਨੂੰਨ ਦੀ ਹੁਕਮਰਾਨੀ ਦੇ ਬਰਾਬਰ ਹੈ। ਦੂਸਰੀ ਗੱਲ ਹੈ ਸਾਡੀ ਮੁਕੰਨਾ ਦੇ ਜਿੰਨੇ ਵੀ ਬਣਾਏ ਹੋਏ ਕਵਾਨੀਨ ਨੇ ਉਹ ਮੁਕਤਦਰ ਇਦਾਰੇ ਦੇ ਕਵਾਨੀਨ ਨੇ। ਅਸੀਂ ਇਹ ਨਹੀਂ ਕਹਿ ਸਕਦੇ, ਔਰ ਜ਼ਾਹਿਰ ਹੈ ਉਹਨੇ ਸਾਡੇ ਆਇਨ ਨੂੰ ਫੋਲੋ ਕਰਕੇ ਪਾਰਲੀਮੈਂਟ ਨੇ ਉਹਨਾਂ ਨੂੰ ਬਣਾਇਆ, ਅਤੇ ਉਹਨਾਂ ਨੂੰ ਅਗਰ ਅਸੀਂ ਆਪਣੀ ਜ਼ਿੰਦਗੀ ਦੇ ਮੁਖਤਲਿਫ ਮਾਮਲਾਤ ਦੇ ਵਿੱਚ ਨਾਫਜ਼ ਨਹੀਂ ਕਰਾਂਗੇ ਤਾਂ ਫਿਰ ਅਨਾਰਕੀ ਫੈਲੇਗੀ, ਫਿਰ ਬਦਅਮਨੀ ਹੋਏਗੀ, ਫਿਰ ਸਾਡੀ ਮਈਸ਼ਤ ਵੀ ਖਰਾਬ ਹੋਏਗੀ। ਅਤੇ ਇਹ ਲਾਜ਼ਮੀ ਜੁਜ਼ਵ ਹੈ ਕਿ ਕਾਨੂੰਨ ਦੀ ਬਾਲਾਦਸਤੀ ਨੂੰ ਕਾਇਮ ਰੱਖਿਆ ਜਾਏ। ਉਸ ਤੋਂ ਬਗੈਰ ਅਸੀਂ ਤਰੱਕੀ ਨਹੀਂ ਕਰ ਸਕਦੇ। ਅਬਦੁੱਲਾ ਅਹਿਮਦ ਯਾਰ, ਤੁਸੀਂ ਦੱਸੋ ਮੈਨੂੰ ਕਿ ਜਿਨ੍ਹਾਂ ਮੁਆਸ਼ਰਿਆਂ ਦੇ ਵਿੱਚ ਕਾਨੂੰਨ ਦੀ ਬਾਲਾਦਸਤੀ ਨਹੀਂ ਹੁੰਦੀ, ਜਿਨ੍ਹਾਂ ਮੁਆਸ਼ਰਿਆਂ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਨਹੀਂ ਹੁੰਦੀ, ਉੱਥੇ ਹਾਲਾਤ ਕਿਸ ਤਰ੍ਹਾਂ ਦੇ ਹੋ ਜਾਂਦੇ ਨੇ? ਕਿਉਂਕਿ ਤੁਸੀਂ ਇੱਕ ਲਾਅ ਇਨਫੋਰਸਮੈਂਟ ਏਜੰਸੀ ਦੇ ਵੀ ਹਿੱਸਾ ਹੋ। ਤੁਸੀਂ ਦੱਸੋ ਕਿ ਮੁਆਸ਼ਰੇ ਦੇ ਵਿੱਚ ਕਿਸ ਤਰ੍ਹਾਂ ਦੇ ਮਸਾਇਲ ਪੈਦਾ ਹੋ ਜਾਂਦੇ ਨੇ ਜਦੋਂ ਕਾਨੂੰਨ ਦੀ ਹੁਕਮਰਾਨੀ ਨਹੀਂ ਹੁੰਦੀ? ਜਿਸ ਤਰ੍ਹਾਂ ਕਿ ਜ਼ਿਕਰ ਹੋਇਆ ਕਿ ਕਾਨੂੰਨ ਦੀ ਹੁਕਮਰਾਨੀ ਹਰ ਮੁਆਸ਼ਰੇ 'ਚ ਜ਼ਰੂਰੀ ਹੈ। ਇਹ ਇੱਕ ਬੁਨਿਆਦੀ ਇੱਕ ਢਾਂਚਾ ਹੈ ਜਿਹਦੇ ਉੱਤੇ ਇੱਕ ਮੁਆਸ਼ਰਾ ਬੇਸ ਕਰਦਾ। ਔਰ ਅਗਰ ਤੁਸੀਂ ਦੁਨੀਆ ਦੀ ਤਾਰੀਖ ਪੜ੍ਹੋ ਔਰ ਪਿਛਲੇ 50 ਸਾਲ
ਜੋ ਕਿ ਜੰਗ ਅਜ਼ੀਮ ਦੋਮ ਤੋਂ ਬਾਅਦ ਦੀ ਤਾਰੀਖ ਖਸੂਸਨ ਪੜ੍ਹੀ ਜਾਏ, ਤੇ ਜਿਨ੍ਹਾਂ ਮੁਆਸ਼ਰਿਆਂ 'ਚ ਕਾਨੂੰਨ ਤੇ ਅਮਲ ਦਰਾਮਦ ਨਹੀਂ ਹੋਇਆ, ਇੱਕ ਬਕਾਇਦਾ ਸਿਸਟਮ ਜਿੱਥੇ ਨਹੀਂ ਚੱਲ ਸਕਿਆ, ਉਹਨਾਂ ਦੇ ਵਿੱਚ ਇੰਤਸ਼ਾਰ, ਬਦਅਮਨੀ, ਮੁਆਸ਼ੀ ਬਦਹਾਲੀ ਔਰ ਇਸ ਤਰ੍ਹਾਂ ਦੇ ਜਿਹੜੇ ਮੁਖਤਲਿਫ ਕਿਸਮ ਦੇ ਮਸਾਇਲ ਪੈਦਾ ਹੋਏ। ਇਹਦੇ ਵਿੱਚ ਮੈਂ ਮਿਸਾਲ ਦਿਆਂਗਾ, ਕੁਝ ਅਫਰੀਕਨ ਜਿਹੜੇ ਮਮਾਲਕ ਨੇ, ਅਫਰੀਕਾ ਦੇ ਮੁਲਕ ਨੇ, ਉੱਥੇ ਖਾਨਾ ਜੰਗੀ ਦੀ ਸੂਰਤ ਹਾਲ ਹੈ, ਉੱਥੇ ਤੁਹਾਨੂੰ ਕਾਨੂੰਨ ਨਹੀਂ ਨਜ਼ਰ ਆਏਗਾ। ਉੱਥੇ ਮੁਖਤਲਿਫ ਜਿਹੜੇ ਮਲੇਸ਼ੀਆਜ਼ ਨੇ ਉਹ ਇੱਕ ਜੰਗ ਗਰੋਹ ਬਣੇ ਨੇ, ਉਹਨਾਂ ਦੇ ਵਿੱਚ ਜੰਗ ਜਾਰੀ ਹੈ, ਆਵਾਮ ਬਦਹਾਲ ਹੈ, ਅਤੇ ਉਹਨਾਂ ਦੇ ਕੋਲ ਹਰ ਕਿਸਮ ਦੇ ਕੁਦਰਤੀ ਵਸਾਇਲ ਨੇ, ਉਹਨਾਂ ਕੋਲ ਤੇਲ ਹੈ, ਗੈਸ ਹੈ, ਡਾਇਮੰਡਸ ਨੇ, ਲੇਕਿਨ ਉਹ ਮਾਸ਼ਰੇ ਦੇ ਵਿੱਚ ਲਾਕਾਨੂੰਨੀਅਤ ਹੋਣ ਦੀ ਵਜ੍ਹਾ ਤੋਂ ਉਸ ਤੋਂ ਫ਼ਾਇਦਾ ਨਹੀਂ ਉਠਾ ਪਾ ਰਹੇ ਔਰ ਮਾਸ਼ੀ ਬਦਹਾਲੀ ਦਾ ਸ਼ਿਕਾਰ ਨੇ ਔਰ ਆਵਾਮ ਦੇ ਹਕੂਕ, ਉਹਨਾਂ ਨੂੰ ਬੁਨਿਆਦੀ ਹਕੂਕ ਵੀ ਨਹੀਂ ਮਿਲ ਰਹੇ। ਅਤੇ ਇਹ 3-4 ਜਿਹੜੇ ਮਸਾਇਲ ਨੇ, ਇਹਦੇ ਬੁਨਿਆਦ ਇੱਕ ਵਜ੍ਹਾ ਨੇ ਜਿਹੜੇ ਕਿ ਲਾਕਾਨੂੰਨੀਅਤ ਦੀ ਵਜ੍ਹਾ ਤੋਂ ਮਾਸ਼ਰੇ ਜਨਮ ਲੈਂਦੇ। ਡਾਕਟਰ ਸਾਹਿਬ, ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗਾ ਕਿ ਕਾਨੂੰਨ ਦੀ ਹੁਕਮਰਾਨੀ ਦੇ ਵਾਸਤੇ ਕਿਹੜੇ ਅਜਜ਼ਾ ਜ਼ਰੂਰੀ ਨੇ? ਯਾਨੀ ਕਾਨੂੰਨ ਦੀ ਹੁਕਮਰਾਨੀ ਇਨਸ਼ੋਰ ਕਰਨ ਵਾਸਤੇ ਕਿਸੇ ਵੀ ਮੁਆਸ਼ਰੇ ਦੇ ਵਿੱਚ ਕਿਹੜੇ ਸਟੈਪ ਲੈ ਜਾਣ ਤੇ ਉੱਥੇ ਕਾਨੂੰਨ ਦੀ ਹੁਕਮਰਾਨੀ ਇਨਸ਼ੋਰ ਹੁੰਦੀ ਹੈ? ਜਿਵੇਂ ਸਾਡੇ 3 ਆਰਗਨ ਨੇ ਸਟੇਟ ਦੇ ਤਿੰਨੋਂ ਆਰਗਨਸ ਨੂੰ ਮਿਲ ਕੇ, ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਅਮਰੀਕਾ ਦੀ ਅਗਰ ਮਿਸਾਲ ਦਾਂ, ਤੇ ਉੱਥੇ ਤਿੰਨੋਂ ਆਰਗਨ ਜਿਹੜੇ ਨੇ, ਇੰਤਜ਼ਾਮੀਆ, ਅਦਲੀਆ ਤੇ ਮੁਕੰਨਨਾ, ਤਿੰਨਾਂ ਨੇ ਇੱਕ ਬੈਲੈਂਸ ਆਫ ਪਾਵਰ ਦਾ ਇੱਕ ਸਿਸਟਮ ਜਿਹੜਾ ਹੈ ਡਿਵੈਲਪ ਕਰਕੇ, ਤੇ ਉਹਨਾਂ ਨੇ ਤੈਅ ਕਰ ਲਿਆ ਹੈ ਕਿ ਅਸੀਂ ਇਸ ਮੁਲਕ ਦੀ ਖਿਦਮਤ ਕਰਨੀ ਹੈ। ਉਸ ਤੋਂ ਬਾਅਦ ਉਹ ਆਪਣੇ ਪੈਰਾਮੀਟਰਸ ਤੋਂ ਬਾਹਰ ਨਹੀਂ ਆਉਂਦੇ ਔਰ ਆਵਾਮ ਨੂੰ ਇੱਕ ਮੈਸੇਜ ਹੈ ਕਿ ਤੁਸੀਂ ਸਾਡੇ ਸਿਸਟਮ 'ਤੇ ਇਤਬਾਰ ਕਰੋ। ਫੋਰ ਐਗਜ਼ਾਮਪਲ ਮੈਂ ਇੱਕ ਇਹ ਵੀ ਮਿਸਾਲ ਦਿਆਂਗਾ ਕਿ ਜਿਸ ਤਰ੍ਹਾਂ ਬਰਤਾਨੀਆ ਦੇ ਵਿੱਚ, ਜੋ ਕਿ ਰੂਲ ਆਫ ਲਾਅ ਦਾ ਔਰ ਕਾਨੂੰਨ ਦੀ ਹੁਕਮਰਾਨੀ ਦਾ ਚੈਂਪੀਅਨ ਹੈ, ਜਿੱਥੋਂ ਇਹ ਓਰੀਜਿਨੇਟ ਹੋਇਆ, ਜਿੱਥੋਂ ਇਹਦਾ ਇਰਤਕਾ ਦਾ ਇੱਕ ਅਮਲ ਗੁਜ਼ਰਿਆ ਔਰ ਉਹਦੇ 'ਚ ਮੁਖਤਲਿਫ ਮਰਾਹਲ ਤੋਂ ਗੁਜ਼ਰ ਕੇ ਉਹਨਾਂ ਨੇ ਆਪਣੇ ਬੜੇ ਜ਼ਬਰਦਸਤ ਸਿਸਟਮ ਦਿੱਤੇ। ਸਿਸਟਮ ਦੇਣ ਤੋਂ ਮੁਰਾਦ ਹੈ ਕਿ ਉਹਨਾਂ ਨੇ, ਫੋਰ ਐਗਜ਼ਾਮਪਲ 2011 ਦੇ ਵਿੱਚ ਉਹਨਾਂ ਦੇ ਕੁਝ ਜਿਹੜਾ ਨਾ ਸ਼ਰਪਸੰਦ ਅਨਾਸਰ ਨੇ, ਡਿਊ ਟੂ ਸਰਟਨ ਰੀਜ਼ਨ ਜਿਹੜਾ ਨਾ ਉਹਨਾਂ ਨੇ ਉੱਥੇ ਜਿਹੜਾ ਉਹ ਅੱਗ ਲਾਈ ਔਰ ਅਮਲਾਕ ਦਾ ਨੁਕਸਾਨ ਕੀਤਾ ਸਰਕਾਰੀ, ਲੇਕਿਨ ਉਹਨਾਂ ਦਾ ਸਿਸਟਮ ਇੰਨਾ ਮਜ਼ਬੂਤ ਸੀ ਕਿ ਉਹਨਾਂ ਦਾ ਵਜ਼ੀਰ ਆਜ਼ਮ ਆਪਣੀ ਛੁੱਟੀਆਂ ਕੈਂਸਲ ਕਰਕੇ ਵਾਪਸ ਆਇਆ। ਇਹ ਅਗਸਤ ਦੇ ਮਹੀਨੇ 'ਚ ਆਲਮੋਸਟ 2011 'ਚ, ਔਰ ਉਹਨੇ ਉਸ ਤੋਂ ਬਾਅਦ ਬਾਕਾਇਦਾ ਤੌਰ 'ਤੇ ਸਪੈਸ਼ਲ ਕੋਰਟਸ ਬਣਾਈਆਂ ਔਰ ਉਸ ਤੋਂ ਬਾਅਦ ਉਹਨਾਂ ਨੇ ਉਹਨਾਂ ਦਾ ਟਰਾਇਲ ਕੀਤਾ ਔਰ ਤਕਰੀਬਨ 3000 ਤੋਂ ਉੱਤੇ ਲੋਕਾਂ ਦਾ ਟਰਾਇਲ ਕਰਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਜਿਹੜਾ ਉਹਨਾਂ ਦਾ ਨੁਕਸਾਨ ਹੋਇਆ ਉਹ ਉਹਨਾਂ ਨੂੰ ਰੀਹੈਬਿਲਿਟੇਟ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਮੈਸੇਜ ਦਿੱਤਾ ਕਿ ਦੁਨੀਆ ਉਹਨਾਂ ਦੀ ਤਰਫ ਦੇਖ ਰਹੀ ਹੈ ਕਿ ਤੁਸੀਂ ਕਹਿੰਦੇ ਹੋ ਰੂਲ ਆਫ ਲਾਅ, ਤੇ ਇਹ ਤੁਹਾਡੇ ਲੋਕ ਅਗਰ ਅੱਜ ਇਹਨਾਂ ਨੂੰ ਪਨਿਸ਼ ਨਹੀਂ ਕਰਾਂਗੇ ਤੇ ਕੱਲ੍ਹ ਨੂੰ ਹੋਰ ਲੋਕ ਆ ਜਾਣਗੇ, ਫਿਰ ਇਹ ਮਲਟੀਪਲਾਈ ਹੁੰਦਾ ਹੈ ਔਰ ਉਸ ਤੋਂ ਬਾਅਦ ਲਾ ਕਾਨੂੰਨੀਅਤ ਜਿਹੜੀ ਹੈ ਉਹ ਇੱਕ ਪ੍ਰੈਸੀਡੈਂਟ ਬਣ ਜਾਂਦੀ ਹੈ। ਇਸ ਚੀਜ਼ ਨੂੰ ਉਹਨਾਂ ਨੇ ਸਖਤੀ ਨਾਲ ਨਿਪਟਿਆ ਔਰ ਉਹਨਾਂ ਨੇ ਇਹਨੂੰ ਕਰਬ ਕੀਤਾ। ਹੁਣ ਅਸੀਂ ਅਗਰ ਵੈਲਫੇਅਰ ਸਟੇਟ ਬਣਾਉਣਾ ਚਾਹੁੰਦੇ ਹਾਂ, ਇੱਕ ਫਲਾਈ ਰਿਆਸਤ ਬਣਾਉਣਾ ਚਾਹੁੰਦੇ ਹਾਂ, ਮੈਂ ਸਿਰਫ ਇੱਕ ਮਿਸਾਲ ਦਿਆਂਗਾ ਕਿ ਜਦੋਂ ਬਰਤਾਨੀਆ ਆਪਣਾ ਸਾਰਾ ਕੰਮ ਜਿਹੜਾ ਇੱਥੋਂ ਵਾਈਂਡ ਅਪ ਕਰਕੇ ਜਦੋਂ ਪਾਕਿਸਤਾਨ ਔਰ ਇੰਡੀਆ 2 ਆਜ਼ਾਦ ਰਿਆਸਤਾਂ ਬਣੀਆਂ, ਤੇ ਤਮਾਮ ਬਰਤਾਨੀਆ ਦੇ ਆਫਿਸਰ ਜਿਹੜੇ 30 ਸਾਲ ਤੋਂ ਲੈ ਕੇ 55 ਸਾਲ ਦੀ ਉਮਰ ਤੱਕ ਦੇ ਸਨ ਜਾਂ 60 ਸਾਲ ਦੀ ਉਮਰ ਦੇ, ਉਹ ਲੋਕ ਵਾਪਸ ਜਾ ਰਹੇ ਸਨ। ਅੱਛਾ, ਜਦੋਂ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਕਿਹਾ ਤੁਸੀਂ ਸਾਰੇ ਰਿਟਾਇਰ ਹੋ। ਬੜੇ ਹੈਰਾਨ ਹੋਏ, ਅਸੀਂ ਕਿਉਂ ਰਿਟਾਇਰ ਹਾਂ ਜੀ, ਅਸੀਂ ਤੇ ਸਰਵ ਕਰਨਾ ਚਾਹੁੰਦੇ ਹਾਂ। ਉਹਨਾਂ ਨੇ ਕਿਹਾ ਨਾ, ਤੁਸੀਂ ਇੱਥੇ ਇੱਕ ਫਲਾਈ ਰਿਆਸਤ ਹੈ, ਤੁਹਾਨੂੰ ਟ੍ਰੇਨ ਕੀਤਾ ਗਿਆ ਸੀ ਇੱਕ ਕਾਲੋਨੀ ਨੂੰ, ਇੱਕ ਨੌ ਆਬਾਦਿਆਤੀ ਕਾਲੋਨੀ ਨੂੰ ਚਲਾਉਣ ਲਈ। ਤੁਸੀਂ ਉਹ ਖਰਾਬੀਆਂ ਪੈਦਾ ਕਰੋਗੇ, ਅਸੀਂ ਤੇ ਇੱਕ ਫਲਾਈ ਰਿਆਸਤ ਦਾ ਕਨਸੈਪਟ ਦੇ ਚੁੱਕੇ ਹਾਂ, ਅਸੀਂ ਤੁਹਾਨੂੰ ਇੱਥੇ ਅਪਾਇੰਟ ਨਹੀਂ ਕਰਦੇ, ਤੁਸੀਂ ਸਾਰੇ ਰਿਟਾਇਰ ਹੋ, ਪੈਨਸ਼ਨ ਲਓ ਔਰ ਆਪਣਾ ਜਾ ਕੇ ਆਪਣਾ ਕੋਈ ਹੋਰ ਕੰਮ ਕਰੋ, ਤੁਹਾਨੂੰ ਅਸੀਂ ਸਰਵ ਨਹੀਂ ਕਰਨ ਦਿਆਂਗੇ। ਇਦਾਰੇ ਬਣਾਏ ਜਾਂਦੇ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ। ਮਸਲਨ ਅਗਰ ਪਾਕਿਸਤਾਨ ਦੇ ਪਰਸਪੈਕਟਿਵ ਵਿੱਚ ਤੁਸੀਂ ਪੁੱਛ ਰਹੇ ਹੋ ਕਿ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਜਿਹੜਾ ਕਿਹੜੀਆਂ ਚੀਜ਼ਾਂ 'ਤੇ ਫੋਕਸ ਕਰਕੇ ਇਹਨੂੰ ਬਿਹਤਰ ਬਣਾ ਸਕਦੇ ਹਾਂ, ਸਭ ਤੋਂ ਪਹਿਲੀ ਗੱਲ ਹੈ ਤੁਹਾਡੇ ਮੁਲਕ ਦੇ ਅੰਦਰ 15 ਤੋਂ ਲੈ ਕੇ ਤੇ ਤਕਰੀਬਨ 35 ਸਾਲ ਦੀ ਉਮਰ ਦੇ 60% ਤੋਂ ਜ਼ਿਆਦਾ ਲੋਕ ਮੌਜੂਦ ਨੇ, ਜਿਨ੍ਹਾਂ ਨੂੰ ਟ੍ਰੇਨਡ ਕਰਕੇ ਅਸੀਂ ਇੱਕ ਆਪਣਾ ਹਿਊਮਨ ਰਿਸੋਰਸ ਸਕਿਲਡ ਜਿਹਨੂੰ ਕਹਿੰਦੇ ਨੇ,
ਜਿਹਨੂੰ ਕਹਿੰਦੇ ਨੇ ਹੁਨਰਮੰਦ ਉਹਨਾਂ ਨੂੰ ਬਣਾ ਸਕਦੇ ਹਾਂ ਔਰ ਪਾਕਿਸਤਾਨ ਦੀ ਤਰੱਕੀ ਦੇ ਵਿੱਚ ਇੱਕ ਬਿਹਤਰੀਨ ਕਿਰਦਾਰ ਅਦਾ ਕਰ ਸਕਦੇ ਨੇ। ਦੂਸਰਾ ਉਹਦੇ ਵਿੱਚ ਅਸੀਂ ਇਹ ਵੀ ਕਰ ਸਕਦੇ ਹਾਂ ਕਿ ਅਸੀਂ ਅਗਰ ਪਾਕਿਸਤਾਨ ਦੇ ਵਿੱਚ ਫੋਰਨ ਇਨਵੈਸਟਮੈਂਟ ਨੂੰ ਅਸੀਂ ਲਿਆਉਣਾ ਚਾਹੁੰਦੇ ਹਾਂ ਤੇ ਸਾਨੂੰ ਇੱਕ ਬਿਹਤਰੀਨ ਲੀਗਲ ਸਿਸਟਮ ਜਿਹੜਾ ਡਿਵੈਲਪ ਕਰਕੇ ਦੇਣਾ ਪਏਗਾ। ਪੁਰਾਣੇ ਕਾਨੂੰਨ ਨੂੰ ਬਦਲਿਆ ਜਾਏ, ਮੁਕੰਨਨਾ ਬਾਕਾਇਦਾ ਤੌਰ ਤੇ ਇਹਦੇ ਵਿੱਚ ਨਵੀਂ ਫੋਕਸ ਲੈਜਿਸਲੇਸ਼ਨ ਕਰੇ ਔਰ Yes, ਕਾਨੂੰਨ ਉਹ ਲੈਜਿਸਲੇਸ਼ਨ ਨਵੇਂ ਕਾਨੂੰਨ ਲਿਆਉਣ ਔਰ ਉਸ ਤੋਂ ਬਾਅਦ ਜਿਹੜਾ ਹੈ ਸਾਡੀ ਸਪੈਸ਼ਲ ਕੁਝ ਕੋਰਟਸ ਬਣਨ। ਅਗਰ ਫੋਰਨ ਇਨਵੈਸਟਮੈਂਟ ਦੇ ਅਗਰ ਕੋਈ ਝਗੜੇ ਆਉਂਦੇ ਨੇ, ਡਿਸਪਿਊਟ ਆਉਂਦੇ ਨੇ, ਉਹਨਾਂ ਨੂੰ ਫੌਰੀ ਤੌਰ ਤੇ ਨਿਪਟਾਇਆ ਜਾਏ। ਇਹ ਚੰਦ ਇੱਕ ਚੀਜ਼ਾਂ ਮੇਰੇ ਖਿਆਲ 'ਚ ਬਹੁਤ ਜਿਹੜਾ ਅਹਿਮੀਅਤ ਦੀ ਹਾਮਲ ਨੇ। ਫਿਰ ਤਾਲੀਮ ਤੇ ਸਾਡੀ ਤਵੱਜੋ, ਸਿਹਤ ਤੇ ਸਾਡੀ ਤਵੱਜੋ, ਔਰ ਤੀਸਰਾ ਪਾਵਰਟੀ ਨੂੰ ਕਮ ਕਰਨ ਲਈ, ਗੁਰਬਤ ਨੂੰ ਘੱਟ ਕਰਨ ਲਈ ਸਾਡੇ ਇਕਦਾਮਾਤ ਹੋਣੇ ਚਾਹੀਦੇ। ਅਬਦੁੱਲਾ ਅਹਿਮਦ ਯਾਰ, ਤੁਸੀਂ ਹਾਲ ਹੀ ਵਿੱਚ ਬਰਤਾਨੀਆ 'ਚੋਂ ਹੋ ਕੇ ਆਏ। ਅਸੀਂ ਦੇਖਦੇ ਹਾਂ ਕਿ ਜਿਹੜੇ ਸਾਡੇ ਤਰੱਕੀ ਯਾਫਤਾ ਮਮਾਲਿਕ ਨੇ ਉੱਥੇ ਲੋਕ ਕਾਨੂੰਨ ਦੀ ਇਤਨੀ ਹੁਕਮਰਾਨੀ ਕਿ ਇੱਕ ਉਹ ਗਾਰਬੇਜ ਵੀ ਆਪਣੇ ਡਸਟਬਿਨ 'ਚੋਂ ਫੈਂਕਦੇ ਨੇ, ਉਹ ਛੋਟੇ ਛੋਟੇ ਕਾਨੂੰਨ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੰਦੇ ਨੇ। ਅਸੀਂ ਦੇਖਦੇ ਹਾਂ ਕਿ ਸਾਡੇ ਪਾਕਿਸਤਾਨ ਦੇ ਵਿੱਚ ਕਾਨੂੰਨ ਨੂੰ ਤੋੜਨਾ ਇੱਕ ਫੈਸ਼ਨ ਬਣ ਚੁੱਕਿਆ ਹੈ। ਤੁਸੀਂ ਚੂੰਕਿ ਇੱਕ ਲਾ ਇਨਫੋਰਸਮੈਂਟ ਏਜੰਸੀ ਤੋਂ ਤਾਲੁਕ ਰੱਖਦੇ ਹੋ, ਤੁਸੀਂ ਆਵਾਮ ਨੂੰ ਕੀ ਮੈਸੇਜ ਦੇਣਾ ਚਾਹੋਗੇ ਔਰ ਤੁਸੀਂ ਕੀ ਮਸਾਇਲ ਦੇਖ ਰਹੇ ਹੋ ਕਿ ਤੁਸੀਂ ਇੰਪਲੀਮੈਂਟ ਕਰਨਾ ਹੁੰਦਾ ਕਾਨੂੰਨ ਤੇ ਅਮਲ ਕਰਾਉਣਾ ਹੁੰਦਾ? ਤੁਸੀਂ ਕਿਹੜੇ ਮਸਾਇਲ ਦੇਖਦੇ ਹੋ ਕਿ ਅਮਲ ਕਰਾਉਣਾ ਮੁਸ਼ਕਲ ਹੋ ਰਿਹਾ ਜਾਂ ਲੋਕ ਅਮਲ ਨਹੀਂ ਕਰ ਰਹੇ? ਮੈਂ ਉੱਥੇ ਦੇਖਿਆ ਕਿ ਉਹ ਲੋਕ, ਉਹਨਾਂ ਦੇ ਅੰਦਰ ਇੱਕ ਜਜ਼ਬਾ ਹੈ ਕਿ ਅਸੀਂ ਕਾਨੂੰਨ ਤੇ ਅਮਲ ਕਰਨਾ ਹੈ। ਉਹ ਭਲੇ ਛੋਟਾ ਕਾਨੂੰਨ ਹੈ ਕਿ ਸੜਕ ਤੇ ਅਸੀਂ ਕੂੜਾ ਜਾਂ ਕੋਈ ਇਸ ਤਰ੍ਹਾਂ ਕਾਗਜ਼ ਨਹੀਂ ਫੈਂਕਣਾ, ਉਹ ਜਾਂ ਕੋਈ ਬਹੁਤ ਵੱਡਾ ਵਾਇਲੇਸ਼ਨ ਹੈ, ਟ੍ਰੈਫਿਕ ਵਾਇਲੇਸ਼ਨ ਹੈ ਜਾਂ ਜਰਾਇਮ ਨੇ। ਤੇ ਇਹ ਮੈਂ ਸਮਝਣਾ ਕਿ ਕੌਮ ਦੇ ਅੰਦਰ ਇੱਕ ਜਜ਼ਬਾ ਹੁੰਦਾ ਹੈ। ਕੌਮਾਂ ਜਿਹੜੀਆਂ ਨੇ ਉਹ ਕਾਨੂੰਨ ਦੇ ਅਮਲ ਕਰਕੇ ਔਰ ਇੱਕ ਜਿਹੜਾ ਬੁਨਿਆਦੀ ਜ਼ਾਬਤਾ ਹਯਾਤ ਹੁੰਦਾ ਉਹਦੇ ਤੇ ਅਮਲ ਕਰਕੇ ਤੇ ਮਜ਼ਹਬ ਔਰ ਤਰੱਕੀ ਯਾਫਤਾ ਬਣਦੀਆਂ ਨੇ। ਤੇ ਮੈਂ ਸਮਝਣਾ ਕਿ ਪਾਕਿਸਤਾਨ ਦੇ ਵਿੱਚ ਇਸ ਦੀ ਬੜੀ ਅਸ਼ਦ ਜ਼ਰੂਰਤ ਹੈ ਕਿ ਸਾਡੇ ਮੁਆਸ਼ਰੇ ਦੇ ਵਿੱਚ ਕਾਨੂੰਨ ਤੋੜਨਾ, ਸਿਗਨਲ ਵਾਇਲੇਟ ਕਰਨਾ, ਸਿਗਨਲ ਜੰਪ ਜਿਹਨੂੰ ਕਹਿੰਦੇ ਨੇ ਕਿ ਤੋੜ ਕੇ ਤੇ ਜਲਦੀ 'ਚ ਨਿਕਲ ਜਾਣਾ, ਇਹ ਇੱਕ ਫੈਸ਼ਨ ਹੈ। ਇਸ ਤੇ ਅਮਲ ਨਾ ਕਰਕੇ ਅਸੀਂ ਸਮਝਦੇ ਹਾਂ ਕਿ ਅਸੀਂ ਬਹੁਤ ਵੱਡਾ ਜਿਹੜਾ ਹੈ ਆਪਣਾ ਟਾਈਮ ਬਚਾ ਲਿਆ, ਆਪਣਾ ਵਕਤ ਬਚਾਇਆ ਔਰ ਸਾਨੂੰ ਇਹ ਹੱਕ ਹਾਸਲ ਹੈ ਕਿ ਅਸੀਂ ਜਲਦੀ ਵਿੱਚ ਇਸ ਇਸ਼ਾਰੇ ਨੂੰ ਤੋੜੀਏ। ਇਹ ਇੱਕ ਫਸਟ ਸਟੈਪ ਹੈ। ਅਗਰ ਤੁਸੀਂ ਆਪਣੇ ਬੱਚਿਆਂ ਨਾਲ ਜਾ ਰਹੇ ਹੋ ਔਰ ਇੱਕ ਬੱਚਾ ਆਪਣੇ ਵਾਲਿਦ ਨੂੰ ਦੇਖਦਾ ਹੈ ਕਿ ਉਹ ਇਸ਼ਾਰੇ ਨੂੰ ਤੋੜ ਕੇ ਤੇ ਨਿਕਲ ਜਾਂਦਾ ਹੈ, ਤੇ ਉਹਦੇ ਜ਼ਿਹਨ ਵਿੱਚ ਇੱਕ ਚੀਜ਼ ਇਹ ਬਣ ਜਾਂਦੀ ਹੈ ਕਿ ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਇਸ਼ਾਰਾ ਤੋੜ ਰਹੇ ਹੋ। ਇਸ ਤੋਂ ਫਿਰ ਸਟੈਪ ਬਾਈ ਸਟੈਪ ਫਿਰ ਜਰਾਇਮ ਦੀ ਤਰਫ ਇੱਕ ਸਫ਼ਰ ਜਿਹੜਾ ਉਹਦਾ ਆਗਾਜ਼ ਹੁੰਦਾ। ਤੇ ਮੈਂ ਕਹਾਂਗਾ ਕਿ ਵਾਲਿदैन ਨੂੰ ਚਾਹੀਦਾ ਹੈ ਕਿ ਉਹ ਆਪਣੇ ਔਲਾਦ ਵਾਸਤੇ, ਆਪਣੇ ਬੱਚਿਆਂ ਵਾਸਤੇ, ਅਗਰ ਉਹ ਚਾਹੁੰਦੇ ਨੇ ਕਿ ਉਹ ਅੱਛੇ ਸ਼ਹਿਰੀ ਬਣਨ, ਅੱਛੇ ਇਨਸਾਨ ਬਣਨ ਔਰ ਸਭ ਤੋਂ ਵੱਡਾ ਕਿ ਅੱਛੇ ਮੁਸਲਮਾਨ ਬਣਨ, ਤੇ ਉਹ ਉਹਨਾਂ ਦੇ ਸਾਹਮਣੇ ਛੋਟੇ ਛੋਟੇ ਜਿਹੜੇ ਰੂਲਸ ਨੇ, ਜਿਹੜੇ ਜ਼ਿੰਦਗੀ ਦੇ ਕਾਨੂੰਨ ਨੇ, ਉਹਨਾਂ ਤੇ ਅਮਲ ਕਰਨ। ਉਹਨਾਂ ਦੇ ਸਾਹਮਣੇ ਰੂਲਸ ਜਿਹੜੇ ਨੇ ਕਿ ਉਹ ਕੂੜੇ ਦਾ ਉੱਤੇ ਢੇਰ ਹੈ ਉਹਨੂੰ ਇੱਕ ਪ੍ਰੋਪਰ ਜਗ੍ਹਾ ਤੇ ਰੱਖਣ। ਫਿਰ ਉਸ ਤੋਂ ਬਾਅਦ ਇਹ ਕਿ ਇਸ਼ਾਰੇ ਨਾ ਤੋੜਨ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਚੋਰੀ ਨਾ ਕਰਨ। ਘਰ ਦੇ ਵਿੱਚ ਇਹ ਛੋਟੇ ਛੋਟੇ ਬੱਚਿਆਂ ਨੂੰ ਸਿਖਾਉਣ ਵਾਸਤੇ ਜਿਨ੍ਹਾਂ ਦੀ ਜ਼ਰੂਰਤ ਹੈ, ਔਰ ਮਜ਼ਹਬ ਵੀ ਇਹ ਚੀਜ਼ ਆਖਦਾ ਕਿ ਝੂਠ ਨਾ ਬੋਲੋ, ਕੰਮ ਨਾ ਤੋਲੋ, ਜਾਂ ਇਹ ਕਿ ਤੁਸੀਂ ਕਿਸੇ ਦਾ ਦਿਲ ਨਾ ਦੁਖਾਓ। ਇਹ ਸਭ ਉਹ ਜ਼ਾਬਤੇ ਨੇ ਜਿਹੜੇ ਕਿ ਇਸਲਾਮ ਨੇ ਵੀ ਦਿੱਤੇ ਨੇ ਔਰ ਕਿਸੇ ਵੀ ਮਜ਼ਹਬ ਜਿਹੜੇ ਮੁਆਸ਼ਰੇ ਦਾ ਔਰ ਇੱਕ ਕਿਸੇ ਵੀ ਜਿਹੜਾ ਕਹਿ ਲਓ ਆਫਾਕੀ ਮਜ਼ਹਬ ਹੈ ਉਹਦਾ ਹਿੱਸਾ ਨੇ। ਭਲੇ ਉਹ ਇਸਲਾਮ ਹੈ, ਕ੍ਰਿਸਚੈਨਿਟੀ ਹੈ ਜਾਂ ਹਿੰਦੂ ਮਤ ਹੈ। ਤੇ ਇਸ ਤੋਂ ਬਗੈਰ ਅਸੀਂ ਇੱਕ ਲਾਕਾਨੂੰਨੀਅਤ ਨੂੰ ਖ਼ਤਮ ਵੀ ਨਹੀਂ ਕਰ ਸਕਦੇ ਔਰ ਤਰੱਕੀ ਵੀ ਨਹੀਂ ਕਰ ਸਕਦੇ। ਡਾਕਟਰ ਸਾਹਿਬ, ਇਤਨਾ ਅਹਿਮ ਪਾਰਟ ਕਿ ਜਿਸ ਤੋਂ ਬਗੈਰ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ, ਕਿਆ ਤੁਸੀਂ ਸਮਝਦੇ ਹੋ ਕਿ ਹਕੂਮਤ ਵਕਤ ਨੂੰ ਇਸ ਨੂੰ ਸਿਲੇਬਸ ਦਾ ਇੱਕ ਹਿੱਸਾ ਬਣਾ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਬੱਚੇ ਨੇ ਇੱਕ ਸ਼ਊਰ ਉਜਾਗਰ ਕੀਤਾ ਜਾਏ ਕਿ ਕਾਨੂੰਨ ਦੀ ਹੁਕਮਰਾਨੀ ਕਿਤਨੀ ਅਹਿਮ ਹੈ, ਕਿ ਪਹਿਲੀ ਕਲਾਸ ਤੋਂ ਲੈ ਕੇ ਅਸੀਂ ਯੂਨੀਵਰਸਿਟੀ ਤੱਕ ਅਸੀਂ ਇਸ ਨੂੰ ਸਿਲੇਬਸ ਦਾ ਹਿੱਸਾ ਕਰ ਦਿੱਤਾ ਜਾਏ ਕਿ ਕਾਨੂੰਨ ਨੂੰ ਫਾਲੋ ਕਰਨਾ ਬੜਾ ਜ਼ਰੂਰੀ ਹੈ, ਤੁਹਾਡੇ ਆਪਣੇ ਵਾਸਤੇ ਜ਼ਰੂਰੀ ਹੈ। ਤੁਸੀਂ ਇਸ ਦੇ ਬਾਰੇ 'ਚ ਤੁਹਾਡਾ ਕੀ ਖਿਆਲ ਹੈ? ਮੈਂ ਆਪਣੀ PhD ਇੰਗਲੈਂਡ ਤੋਂ ਕੀਤੀ। ਇੱਕ ਦਫਾ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਵਿਜ਼ਿਟ ਕਰਨ ਦਾ ਇਤਫਾਕ ਹੋਇਆ। ਮੈਂ ਉੱਥੇ ਗਿਆ ਤੇ ਮੈਂ ਦੇਖਿਆ ਕਿ ਕਲਾਸ ਦੇ ਵਿੱਚ ਉਸ ਦਿਨ ਟੀਚਰ ਉਹਨਾਂ ਨੂੰ ਟ੍ਰੈਫਿਕ ਦੇ ਕਾਨੂੰਨ ਪੜ੍ਹਾ ਰਹੀ ਸੀ। ਅੱਛਾ, ਥੋੜ੍ਹੀ ਦੇਰ ਬਾਅਦ ਉਹਨਾਂ ਨੇ ਕਿਹਾ ਜੀ, ਕਿਉਂਕਿ ਇੱਕ ਦਿਨ ਮੈਂ ਸਪੈਂਡ ਕੀਤਾ ਉਹਨਾਂ ਨਾਲ ਔਰ ਉਹਨਾਂ ਦੀ ਵਰਕਿੰਗ ਦੇਖੀ, ਕਿਉਂਕਿ ਮੈਂ ਕਾਨੂੰਨ ਦਾ ਤਾਲਿਬ ਇਲਮ ਸਾਂ, ਤੇ ਉਹਨਾਂ ਨੇ ਕਿਹਾ ਆਓ ਜੀ ਸਾਡੇ ਨਾਲ ਹੁਣ ਸਾਡਾ ਵਿਜ਼ਿਟ ਹੈ ਮਾਰਕੀਟ ਦਾ। ਮੈਂ ਕਿਹਾ ਜੀ ਓਕੇ ਫਾਈਨ।
ਅੱਛਾ, ਉਸ ਤੋਂ ਬਾਅਦ ਉਹਨਾਂ ਨੇ 2 ਟੀਚਰਸ ਨੇ ਬੱਚਿਆਂ ਨੂੰ, ਇੱਕ ਅੱਗੇ ਸੀ ਇੱਕ ਪਿੱਛੇ ਸੀ, ਬੱਚਿਆਂ ਨੂੰ ਲੈ ਕੇ ਲਾਈਨਸ ਦੇ ਵਿੱਚ ਕਿੱਥੇ ਕਿੱਥੇ ਕ੍ਰਾਸਿੰਗ ਕਰਨੀ ਹੈ ਟ੍ਰੈਫਿਕ ਸਿਗਨਲਸ ਦੀ, ਔਰ ਕਿੱਥੇ ਬਟਨ ਲੱਗਿਆ ਹੁੰਦਾ, ਤੁਸੀਂ ਬਟਨ ਦਬਾ ਦਿਓ, ਸਿਗਨਲ ਜਿਹੜਾ ਹੈ ਨਾ ਉਹ ਰੈੱਡ ਹੋ ਜਾਏਗਾ ਔਰ ਉਸ ਤੋਂ ਬਾਅਦ ਤੁਸੀਂ ਕ੍ਰਾਸ ਕਰ ਲਓਗੇ, ਤੁਹਾਡੇ ਲਈ ਗ੍ਰੀਨ ਹੋ ਜਾਏਗਾ। ਅੱਛਾ, ਉਹ ਦੱਸਣਾ ਹੈ ਕਿ ਜੀ ਕਿੱਥੋਂ ਕ੍ਰਾਸ ਕਰਨਾ ਹੈ। ਦੈਨ ਆਫਟਰਵਰਡਸ ਫਿਰ ਉਹ ਸ਼ਾਪਿੰਗ ਲਈ ਗਏ। ਸ਼ਾਪਿੰਗ 'ਤੇ ਜਾ ਕੇ ਉਹਨਾਂ ਨੇ ਬੱਚਿਆਂ ਨੂੰ ਦੱਸਿਆ ਕਿ ਸਭ ਤੋਂ ਪਹਿਲਾਂ ਤੁਸੀਂ ਆਪਣੀ ਟੋਕਰੀ 'ਚ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਰਿਕੁਆਇਰਡ ਨੇ ਉਹ ਲੈਣੀਆਂ ਨੇ, ਉਸ ਤੋਂ ਬਾਅਦ ਟੇਲ 'ਤੇ ਆਉਣਾ ਹੈ, ਸਕੈਨ ਕਰਵਾਉਣਾ ਹੈ, ਔਰ ਉਸ ਤੋਂ ਬਾਅਦ ਪਹਿਲੇ ਪੈਸੇ ਪੇ ਕਰਨੇ ਨੇ, ਉਸ ਤੋਂ ਬਾਅਦ ਤੁਸੀਂ ਆਪਣੀ ਉਹ ਸਮਾਨ ਲੈ ਸਕਦੇ ਹੋ। ਅਤੇ ਇਹ ਟ੍ਰੇਨਿੰਗ ਜਿਹੜੀ ਹੈ ਪ੍ਰੈਕਟੀਕਲ ਟ੍ਰੇਨਿੰਗ, ਇਹ ਛੋਟੀ ਕਲਾਸ ਦੇ ਫਾਊਂਡੇਸ਼ਨ ਕਲਾਸ ਦੇ ਬੱਚੇ ਸਨ, ਅਰਾਊਂਡ 4 ਜਾਂ 5 ਸਾਲ ਦੀ ਉਮਰ ਦੇ ਬੱਚੇ ਸਨ। ਦੈਨ ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਕਵਾਨੀਨ ਦੱਸੇ ਜਾਂਦੇ ਨੇ, ਉਹਨਾਂ ਦੀ ਘੁੱਟੀ 'ਚ ਪਾਇਆ ਜਾਂਦਾ ਹੈ ਕਿ ਕਾਨੂੰਨ ਕਾਨੂੰਨ ਤੇ ਕਾਨੂੰਨ। ਇਹ ਸਿਰਫ ਸਕੂਲਾਂ ਦੀ ਜ਼ਿੰਮੇਵਾਰੀ ਨਹੀਂ ਹੈ ਅਸਾਤਜ਼ਾ ਦੀ, ਨਾ ਸਿਰਫ ਉਹਨਾਂ ਦੀ ਜ਼ਿੰਮੇਵਾਰੀ ਹੈ, ਬਲਕਿ ਇਹ ਸਾਡੇ ਵਾਲਿदैन ਦੀ ਵੀ ਜ਼ਿੰਮੇਵਾਰੀ ਹੈ, ਇਹ ਸਾਡੇ ਉਲਮਾ ਦੀ ਵੀ ਜ਼ਿੰਮੇਵਾਰੀ ਹੈ। ਦੇਖੋ, ਅਗਰ ਅਸੀਂ ਸਾਰਾ ਕੰਮ ਹੀ ਸਟੇਟ 'ਤੇ ਪਾ ਦਈਏ ਕਿ ਸਟੇਟ ਇਹਨਾਂ ਨੂੰ ਸੁਧਾਰੇ, ਸਟੇਟ ਕੋਲ ਐਸੀ ਕਿਹੜੀ ਮਸ਼ੀਨਰੀ ਹੈ? ਸਟੇਟ ਤੇ ਆਵਾਮ ਨਾਲ ਹੀ ਮਿਲ ਕੇ ਬਣਦੀ ਹੈ ਨਾ ਹਕੂਮਤ। ਅਗਰ ਹਕੂਮਤ 'ਤੇ ਸਾਰਾ ਪਾ ਦੇਣਾ ਤੇ ਉਹਦੇ ਕੋਲ ਤਾਂ ਇੰਨੇ ਰਿਸੋਰਸਿਸ ਹੀ ਨਹੀਂ ਹੁੰਦੇ। ਇਸ ਲਈ ਆਪਣੀ ਵੀ ਜ਼ਿੰਮੇਵਾਰੀ, ਫੋਰ ਐਗਜ਼ਾਮਪਲ ਸਾਡੀ ਜਿਸ ਤਰ੍ਹਾਂ ਯੂਥ ਹੈ, ਸਕਿਲਡ ਕਰਨਾ, ਇਹਨਾਂ ਦੇ ਅੰਦਰ ਸ਼ਊਰ ਬੇਦਾਰ ਕਰਨਾ ਕਿ ਕਿਸ ਤਰ੍ਹਾਂ ਕਾਨੂੰਨ ਦੀ ਹੁਕਮਰਾਨੀ ਨੂੰ ਫੋਲੋ ਕਰਕੇ ਅਸੀਂ ਤਰੱਕੀ ਕਰ ਸਕਨੇ ਹਾਂ। ਔਰ ਨਾ ਸਿਰਫ ਇਹਨਾਂ ਦਾ ਹੀ ਫਾਇਦਾ ਹੈ, ਸਾਰੇ ਮਾਸ਼ਰੇ ਦਾ ਫਾਇਦਾ ਹੈ ਔਰ ਪੂਰੇ ਪਾਕਿਸਤਾਨ ਦਾ ਫਾਇਦਾ ਹੈ। ਸਿਰਫ ਇੰਨੀ ਗੱਲ ਦੱਸਣ ਵਾਲੀ ਹੈ, ਅਗਰ ਸਾਰੇ ਲੋਕ ਇਕੱਠੇ ਹੋ ਜਾਣ ਤਾਂ ਮੇਰਾ ਖਿਆਲ ਹੈ ਕਿ ਇਹ ਮੁਲਕ ਜਿਹੜਾ ਹੈ ਨਾ ਉਹ ਇੱਕ ਬੜਾ ਅੱਛਾ ਮੁਲਕ ਔਰ ਤਰੱਕੀ ਕਰ ਸਕਦਾ ਹੈ। ਅਬਦੁੱਲਾ ਅਹਿਮਦ, ਤੁਹਾਡੇ ਕੋਲ ਮੈਂ ਪੁੱਛਣਾ ਚਾਹਾਂਗਾ ਕਿ ਇਸਲਾਮ ਦਾ ਜਿਹੜਾ ਕਨਸੈਪਟ ਆਫ ਪਨਿਸ਼ਮੈਂਟ ਹੈ, ਸਜ਼ਾ ਦੇਣ ਦਾ ਤਸੱਵਰ ਹੈ, ਉਸ ਦੇ ਪਿੱਛੇ ਫਿਲਾਸਫੀ ਇਹ ਦੱਸੀ ਜਾਂਦੀ ਹੈ ਕਿ ਅਸੀਂ ਅਮਨ ਔਰ ਸਲਾਮਤੀ ਦੇ ਵਾਸਤੇ ਸਜ਼ਾ ਦੇ ਰਹੇ ਹਾਂ। ਹਾਲਾਂਕਿ ਵੈਸ ਸਾਡੇ 'ਤੇ ਤਨਕੀਦ ਕਰਦਾ ਹੈ ਕਿ ਇਸਲਾਮ ਦੇ ਵਿੱਚ ਸਖਤ ਸਜ਼ਾਵਾਂ ਨੇ, ਕਤਲ ਦਾ ਬਦਲਾ ਕਤਲ ਹੈ, ਚੋਰੀ ਦਾ ਬਦਲਾ ਹੱਥ ਕੱਟਣਾ ਹੈ। ਲੇਕਿਨ ਅਸੀਂ ਦੇਖਦੇ ਹਾਂ ਕਿ ਜਿਹੜੇ ਇਸਲਾਮੀ ਮੁਆਸ਼ਰਿਆਂ ਦੇ ਵਿੱਚ ਮੁਕੰਮਲ ਇੰਪਲੀਮੈਂਟ ਨੇ ਇਹ ਸਜ਼ਾਵਾਂ, ਉੱਥੇ ਸਨ ਇਹ ਬੁਰਾਈਆਂ ਨਜ਼ਰ ਹੀ ਨਹੀਂ ਆਉਂਦੀਆਂ। ਤੁਸੀਂ ਸਾਊਦੀ ਅਰਬ ਦੇਖ ਲਓ, ਦੁਬਈ ਦੇਖ ਲਓ, ਸਾਲਾਂ ਵਿੱਚ ਕੋਈ ਇੱਕ ਬੰਦਾ ਕਤਲ ਹੁੰਦਾ ਹੈ। ਹਾਲਾਂਕਿ ਅਸੀਂ ਜਦ ਆਪਣਾ ਮੁਆਸ਼ਰਾ ਦੇਖਦੇ ਹਾਂ ਤੇ ਕੀ ਸਮਝਦੇ ਹੋ ਕਿ ਸਜ਼ਾ ਜ਼ਰੂਰੀ ਹੈ ਔਰ ਸਪੀਡੀ ਹੋਣੀ ਚਾਹੀਦੀ ਹੈ? ਸਜ਼ਾ ਦਾ ਤਸੱਵਰ ਬੜਾ ਪੁਰਾਣਾ ਹੈ ਔਰ ਇਸਲਾਮ ਨੇ ਹੀ ਇਹਦੇ ਉੱਤੇ ਕੁਰਾਨ ਮਜੀਦ ਵਿੱਚ ਵੀ ਮੁਖਤਲਿਫ ਜਰਾਇਮ ਦੇ ਵਾਸਤੇ ਸਜ਼ਾਵਾਂ, ਜਿਸ ਤਰ੍ਹਾਂ ਤੁਸੀਂ ਚੋਰ ਦਾ ਹੱਥ ਕੱਟਣ ਦਾ ਜ਼ਿਕਰ ਕੀਤਾ, ਉਹ ਦਿੱਤੀ ਹੈ। ਇੱਕ ਬੁਨਿਆਦੀ ਇਹ ਜਿਹੜਾ ਵੇ ਸਜ਼ਾ ਦਾ ਨਿਜ਼ਾਮ ਹੈ ਉਹ ਹਰ ਮੁਆਸ਼ਰੇ ਵਿੱਚ ਜ਼ਰੂਰੀ ਹੈ, ਜੋ ਕਿ ਇਸਲਾਮੀ ਮੁਲਕਾਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਬੜਾ ਪਾਬੰਦੀ ਨਾਲ ਉਹਦੇ 'ਤੇ ਅਮਲ ਹੋ ਰਿਹਾ। ਅਤੇ ਪਾਕਿਸਤਾਨ ਵਿੱਚ ਅਸੀਂ ਉਸ ਨੂੰ ਨਿਜ਼ਾਮ ਨੂੰ ਥੋੜ੍ਹਾ ਜਿਹਾ ਆਪਣੇ ਮੌਜੂਦਾ ਦੌਰ ਦੇ ਮੁਤਾਬਕ ਅਡੋਪਟ ਕਰਕੇ, ਉਹਨੂੰ ਰਿਫਾਰਮ ਕਰਕੇ, ਅਤੇ ਅਸੀਂ ਇੱਕ ਆਪਣਾ ਪਾਕਿਸਤਾਨੀ ਤਾਜ਼ੀਰਾਤੀ ਨਿਜ਼ਾਮ ਜਿਹੜਾ ਕਿ ਅਸੀਂ ਬਰਤਾਨੀਆ ਤੋਂ ਲਿਆ ਸੀ ਉਹਨੂੰ ਅਡੋਪਟ ਕੀਤਾ ਹੈ। ਉਹਦੇ ਵਿੱਚ ਕਾਨੂੰਨ ਸ਼ਹਾਦਤ ਵੀ ਹੈ, ਉਹਦੇ ਵਿੱਚ ਇੱਕ ਪੁਲਿਸ ਦਾ ਆਪਣਾ ਨਿਜ਼ਾਮ ਵੀ ਹੈ ਅਤੇ ਅਦਾਲਤਾਂ ਦਾ ਵੀ ਇੱਕ ਆਪਣਾ ਇੱਕ ਤਰੀਕਾਕਾਰ ਹੈ, ਉਸ ਨੂੰ ਵਜ਼ਾ ਕੀਤਾ ਗਿਆ। ਅਤੇ ਇਸ ਦੀ ਬੜੀ ਜ਼ਰੂਰਤ ਹੈ ਕਿ ਸਜ਼ਾ ਫੌਰੀ ਹੋਏ। ਜਸਟਿਸ ਡਿਲੇਡ ਜਸਟਿਸ ਡਿਨਾਈਡ, ਇਹ ਇੱਕ ਬੜੀ ਪੁਰਾਣੀ ਮੈਕਸਿਮ ਹੈ, ਮਸ਼ਹੂਰ ਮੈਕਸਿਮ ਹੈ ਲਾਅ ਦੇ ਵਿੱਚ। ਕਾਨੂੰਨ ਉਹਦੇ ਲਈ ਹੀ ਉਹਦਾ ਅਸਰ ਹੋ ਸਕਦਾ ਜਦੋਂ ਉਸ ਦੇ ਉੱਤੇ ਜਲਦ ਅਜ਼ ਜਲਦ ਅਮਲ ਕੀਤਾ ਜਾਏ। ਅਗਰ ਇੱਕ ਟਰਾਇਲ ਹੈ ਉਹ 15 ਸਾਲ ਜਾਂ 20 ਸਾਲ ਚੱਲਦਾ ਹੈ ਤਾਂ ਉਹਦਾ ਅਸਰ ਖ਼ਤਮ ਹੋ ਜਾਏਗਾ। ਬੁਨਿਆਦੀ ਜਿਹੜੀ ਇਸ ਵਕਤ ਜ਼ਰੂਰਤ ਹੈ ਉਹ ਹੈ ਕਿ ਜਿਹੜਾ ਕਾਨੂੰਨ 'ਤੇ ਅਮਲ ਕਰਦਿਆਂ ਹੋਇਆਂ ਜਲਦ ਅਜ਼ ਜਲਦ ਕੇਸਿਸ ਨੂੰ ਨਿਪਟਾਇਆ ਜਾਏ ਔਰ ਸਜ਼ਾ ਦਿੱਤੀ ਜਾਏ। ਜਿਹੜੇ ਖਸੂਸਨ ਜਿਹੜੇ ਸੰਗੀਨ ਜਰਾਇਮ ਨੇ ਉਹਨਾਂ ਨੂੰ ਖ਼ਤਮ ਕਰਨ ਵਾਸਤੇ ਸਾਨੂੰ ਇਹ ਜ਼ਰੂਰੀ ਹੈ ਕਿ ਟਰਾਇਲ ਜਿਹੜਾ ਹੈ ਉਹ ਜਲਦ ਔਰ ਸਪੀਡੀ ਹੋਏ ਤਾਂ ਕਿ ਇਨਸਾਫ ਮਿਲ ਸਕੇ। ਡਾਕਟਰ ਸਾਹਿਬ, ਅਸੀਂ ਦੇਖਦੇ ਹਾਂ ਕਿ ਸਾਡੇ ਪਾਕਿਸਤਾਨ ਦੇ ਵਿੱਚ ਜਿਹੜੇ ਕਾਨੂੰਨ ਨੇ, ਸਪੈਸ਼ਲੀ ਜਿਹੜੇ ਕ੍ਰਿਮੀਨਲ ਲਾਜ਼ ਨੇ ਜਾਂ ਜਿਹੜੇ ਸਾਡੇ ਸਿਵਲ ਲਾਅ ਨੇ, ਉਹ ਅੰਗਰੇਜ਼ ਤੋਂ ਚੱਲਦੇ ਆ ਰਹੇ ਨੇ ਔਰ ਉਹਦੇ ਵਿੱਚ ਅਸੀਂ ਦੇਖਦੇ ਹਾਂ, ਆਪਣੇ ਅਦਾਲਤੀ ਨਿਜ਼ਾਮ ਦੇ ਵਿੱਚ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਡਿਲੇ ਹੋ ਜਾਂਦਾ ਹੈ। ਜਿਸ ਤਰ੍ਹਾਂ ਅਬਦੁੱਲਾ ਸਾਹਿਬ ਕਿਹਾ ਕਿ 15 ਸਾਲ ਬਾਅਦ ਅਗਰ ਕਿਸੇ ਨੂੰ ਸਜ਼ਾ ਹੋਣੀ ਹੈ ਤੇ ਫਿਰ ਉਹ ਸਜ਼ਾ ਆਪਣਾ ਅਸਰ ਖ਼ਤਮ ਕਰ ਦਿੰਦੀ ਹੈ। ਤੁਸੀਂ ਕੀ ਸਮਝਦੇ ਹੋ ਕਿ ਸਾਨੂੰ ਕੁਝ ਕਾਨੂੰਨ ਦੇ ਵਿੱਚ ਤਬਦੀਲੀ ਲਿਆਉਣੀ ਚਾਹੀਦੀ ਹੈ ਤਾਂ ਕਿ ਸਪੀਡੀ ਟਰਾਇਲ ਹੋ ਜਾਏ? ਜਦੋਂ ਤਾਜੇ ਬਰਤਾਨੀਆ ਜਿਹੜਾ ਹੈ ਬ੍ਰਿਟਿਸ਼ ਇੰਡੀਆ 'ਤੇ ਹਕੂਮਤ ਕਰਦਾ ਸੀ ਅਤੇ ਉਦੋਂ ਉਹਨਾਂ ਨੇ ਆਪਣੀ ਸਹੂਲਤ ਲਈ ਕਾਨੂੰਨ ਬਣਾਏ। ਉਹਨਾਂ ਨੇ ਇੱਥੋਂ ਦੇ ਜਿਹੜਾ ਸਿਸਟਮ ਸੀ ਉਹਨੂੰ ਅਡੋਪਟ ਨਹੀਂ ਕੀਤਾ। ਉਹਨਾਂ ਨੇ
ਕਾਮਨ ਲਾਅ ਨੂੰ ਇੱਥੇ ਜਿਹੜਾ ਨਾਫਜ਼ ਕੀਤਾ, ਇਸ ਲਈ ਕਿ ਉਹ ਇਹਦੇ ਵਿੱਚ ਕੰਫਰਟੇਬਲ ਸਨ। ਉਹਨਾਂ ਨੇ ਕਿਹਾ ਅਸੀਂ ਉੱਥੇ ਜਾ ਕੇ ਸਿੱਖਾਂਗੇ, ਸਾਨੂੰ ਸਾਲ ਲੱਗ ਜਾਣਗੇ, ਸ਼ਾਇਦ ਕੋਈ 50 ਸਾਲ ਲੱਗ ਜਾਣ, ਤੇ ਅਸੀਂ ਤੇ ਉੱਥੇ ਜਾ ਕੇ ਆਪਣਾ ਕਾਨੂੰਨ ਨਾਫਜ਼ ਕਰੀਏ। ਲੋਕਾਂ ਨੇ ਸਮਝਿਆ ਸ਼ਾਇਦ ਇਹ ਕਾਨੂੰਨ ਬਹੁਤ ਅੱਛਾ ਹੈ ਤੇ ਇਹ ਹੈ ਉਹ ਹੈ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਉਹ ਤੇ ਕਾਨੂੰਨੀ ਕਾਲੋਨੀਜ਼ ਲਈ ਬਣਿਆ ਸੀ, ਉਸ ਤੋਂ ਬਾਅਦ ਉਹ ਚਲੇ ਗਏ। ਤੁਹਾਨੂੰ ਕਿਹਨੇ ਮਨਾ ਕੀਤਾ ਹੈ ਕਿ ਤੁਸੀਂ ਆਪਣੇ ਕਵਾਨੀਨ ਨੂੰ ਆਪਣੇ ਮਾਹੌਲ ਦੇ ਮੁਤਾਬਿਕ ਅਡਾਪਟ ਨਾ ਕਰੋ? ਡਾਕਟਰ ਸਾਹਿਬ, ਕਿਆ ਪ੍ਰੋਸੀਕਿਊਸ਼ਨ ਨੂੰ ਸਪੀਡ ਅਪ ਕਰਨ ਵਾਸਤੇ ਸਾਨੂੰ ਕੋਈ ਕਵਾਨੀਨ 'ਚ ਤਬਦੀਲੀ ਦੀ ਜ਼ਰੂਰਤ ਹੈ? ਜੀ ਬਿਲਕੁਲ, ਬਹੁਤ ਸਾਰੇ ਕਵਾਨੀਨ ਸਾਡੇ ਕ੍ਰਿਮੀਨਲ ਲਾਅ ਦੇ ਔਰ ਸਿਵਲ ਲਾਅ ਦੇ ਔਰ ਉਸ ਤੋਂ ਬਾਅਦ ਸਪੈਸ਼ਲ ਕੋਰਟਸ ਨੇ ਤਾਂ ਖੈਰ ਬਹੁਤ ਸਪੀਡੀ ਕੀਤਾ, ਲੇਕਿਨ ਉਹ 'ਤੇ ਇੰਪਲੀਮੈਂਟੇਸ਼ਨ ਜਿਹੜੀ ਹੈ ਪ੍ਰੋਪਰ ਨਹੀਂ ਹੋ ਰਹੀ, ਉਹਨੂੰ ਵੀ ਦੇਖਣਾ ਚਾਹੀਦਾ। ਉਸ ਤੋਂ ਇਲਾਵਾ ਸਾਨੂੰ ਜਿਹੜੇ ਆਬਸਲੀਟ ਲਾਅ ਹੋ ਚੁੱਕੇ ਨੇ, ਸਾਡੀ ਮੁਕਰਨਾ ਨੂੰ ਉਹਨੂੰ ਦੁਬਾਰਾ ਜਾ ਕੇ ਉਹਨਾਂ ਨੂੰ ਉਹਦੇ 'ਚ ਅਮੈਂਡਮੈਂਟ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਸਿਸਟਮ ਨੂੰ ਸਪੀਡ ਅਪ ਕਰ ਸਕੀਏ ਔਰ ਲੋਕਾਂ ਨੂੰ ਇਨਸਾਫ ਦੇ ਸਕੀਏ। ਇਹ ਬਹੁਤ ਜ਼ਰੂਰੀ ਹੈ। ਅਬਦੁੱਲਾ ਅਹਿਮਦ ਯਾਰ, ਮੈਂ ਚਾਹਾਂਗਾ ਕਿ ਆਖਿਰ ਤੇ ਤੁਸੀਂ ਸਾਡੇ ਨਾਜ਼ਰੀਨ ਨੂੰ ਕੋਈ ਪੈਗਾਮ ਦੇਣਾ ਚਾਹੋ ਕਿ ਕਾਨੂੰਨ ਦੀ ਹੁਕਮਰਾਨੀ ਦੀ ਅਹਿਮੀਅਤ ਦੇ ਉੱਤੇ। ਬੀਇੰਗ ਅ ਪੁਲਿਸ ਆਫੀਸਰ, ਮੈਂ ਇਹ ਆਪਣਾ ਚੋਂ ਕਿ ਤਜਰਬਾ ਦੇਖਿਆ ਪਿਛਲੇ 12-14 ਸਾਲ ਦੇ ਵਿੱਚ ਸਾਡੇ ਮੁਆਸ਼ਰੇ ਦੇ ਵਿੱਚ ਕਿ ਸਾਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਅਸੀਂ ਬਹਿਸੀਅਤ ਕੌਮ ਔਰ ਬਹਿਸੀਅਤ ਇਨਸਾਨ ਆਪਣੇ ਕਿਰਦਾਰ 'ਤੇ ਨਜ਼ਰ ਪਾਈਏ ਕਿ ਅਸੀਂ ਕਿਸ ਤਰਫ ਜਾ ਰਹੇ ਹਾਂ। ਸਾਨੂੰ ਜ਼ਰੂਰਤ ਹੈ ਕਿ ਆਪਣੇ ਆਪ ਨੂੰ ਸੁਧਾਰੀਏ, ਛੋਟੀ ਜਿਹੜੀ ਬੁਰਾਈਆਂ ਨੇ ਆਪਣੇ ਕਿਰਦਾਰ ਦੇ ਅੰਦਰ ਉਹ ख़त्म ਕਰੀਏ, ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰੀਏ ਔਰ ਅਗਰ ਅਸੀਂ ਰੋਡ 'ਤੇ ਨਿਕਲੀਏ ਤਾਂ ਅਸੀਂ ਦੂਸਰਿਆਂ ਦੇ ਹਕੂਕ ਦਾ ਵੀ ਖਿਆਲ ਕਰੀਏ ਕਿ ਦੂਸਰੇ ਵੀ ਉਸੇ ਤਰ੍ਹਾਂ ਹੀ ਹਕੂਕ ਰੱਖਦੇ ਨੇ ਜਿਸ ਤਰ੍ਹਾਂ ਕਿ ਅਸੀਂ ਰੱਖਦੇ ਹਾਂ। ਫਿਰ ਅਸੀਂ ਅਗਰ ਕਿਸੇ ਸਰਕਾਰੀ ਇਦਾਰੇ ਦੇ ਵਿੱਚ ਜਾਂਦੇ ਹਾਂ, ਕੋਈ ਸਾਨੂੰ ਕਿਸੇ ਕਿਸਮ ਦੀ ਕੋਈ ਮਦਦ ਦੀ ਜ਼ਰੂਰਤ ਹੈ ਤੇ ਅਸੀਂ ਉਸ ਦੇ ਵਿੱਚ ਵੀ ਆਪਣਾ ਜਿਹੜਾ ਹੈ ਕਿ ਤੁਹਾਡੀ ਬਾਰੀ ਹੈ, ਤੁਹਾਡਾ ਇੱਕ ਨੰਬਰ ਹੈ, ਉਸ ਦਾ ਖਿਆਲ ਕਰੀਏ, ਕਤਾਰ ਨੂੰ ਫੋਲੋ ਕਰੀਏ। ਜਿਹੜਾ ਕਿ ਜਿਹੜਾ ਵੀ ਤੁਸੀਂ ਇਦਾਰੇ ਜਾਓ ਜਿੱਥੇ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਕਤਾਰ ਨੂੰ ਫੋਲੋ ਕਰੋ, ਜਿਹੜਾ ਤੁਹਾਡੇ ਤੋਂ ਪਹਿਲੇ ਵੇ ਉਹਦਾ ਰਾਈਟ ਪਹਿਲੇ ਵੇ। ਇਹ ਕੁਝ ਬੁਨਿਆਦੀ ਚੀਜ਼ਾਂ ਨੇ ਜਿਸ ਤੋਂ ਅਸੀਂ ਇੱਕ ਕਾਨੂੰਨ ਦੀ ਬਰਾਬਰੀ ਔਰ ਮੁਆਸ਼ਰੇ ਦੇ ਵਿੱਚ ਇਨਸਾਫ ਨੂੰ ਫਰੋਗ ਦੇ ਸਕਦੇ ਹਾਂ। ਡਾਕਟਰ ਸਾਹਿਬ, ਮੈਂ ਚਾਹਾਂਗਾ ਕਿ ਤੁਸੀਂ ਵੀ ਸਾਡੇ ਨਾਜ਼ਰੀਨ ਨੂੰ ਕੋਈ ਪੈਗਾਮ ਦੇਣਾ ਚਾਹੋ ਆਖਿਰ ਤੇ ਰੂਲ ਆਫ ਲਾਅ ਦੇ ਬਾਰੇ ਦੇ ਵਿੱਚ। ਸਭ ਤੋਂ ਖੂਬਸੂਰਤ ਗੱਲ ਹੈ ਕਿ ਪਾਕਿਸਤਾਨ ਦੀ तमाम ਆਵਾਮ ਇੱਕ ਘਰ ਦੀ ਇੱਕ ਫੈਮਿਲੀ ਦੇ ਬਰਾਬਰ ਨੇ ਔਰ ਇਸ ਵਕਤ ਇੰਤਹਾਈ ਅਹਿਮ ਜ਼ਰੂਰਤ ਹੈ ਕਿ ਇੱਕ ਹਮ ਆਂਗੀ ਪੈਦਾ ਕੀਤੀ ਜਾਏ ਪੂਰੀ ਆਵਾਮ ਦੇ ਦੌਰਾਨ। ਔਰ ਅਗਰ ਪਾਕਿਸਤਾਨ ਹੈ ਤੇ ਅਸੀਂ ਹਾਂ। ਜੇ ਪਾਕਿਸਤਾਨ ਖੁਦਾ ਨਾ ਖਾਸਤਾ ਕੋਈ ਮਸਲਾ ਹੁੰਦਾ ਹੈ ਤਾਂ ਫਿਰ ਸਾਡੀ ਆਪਣੀ ਹੈਸੀਅਤ ਕੀ ਹੋਏਗੀ? ਇਹ ਤੁਸੀਂ ਬੜੀ ਅੱਛੀ ਤਰ੍ਹਾਂ ਅੰਦਾਜ਼ਾ ਕਰ ਸਕਦੇ ਹੋ ਕਿ ਜਦੋਂ ਅੰਗਰੇਜ਼ ਇੱਥੇ ਰਾਜ ਕਰਦਾ ਸੀ ਔਰ ਅਸੀਂ ਕਿਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਗੁਜ਼ਾਰਦੇ ਸਾਂ। ਤੇ ਇਸ ਲਈ ਮੇਰਾ ਖਿਆਲ ਹੈ ਕਿ ਪਾਕਿਸਤਾਨ ਦੀ ਵੈਲਫੇਅਰ ਲਈ, ਪਾਕਿਸਤਾਨ ਨੂੰ ਇੱਕ ਫਲਾਹੀ ਰਿਆਸਤ ਬਣਾਉਣ ਲਈ ਆਪਣਾ ਹਿੱਸਾ ਸਾਨੂੰ ਇਸ ਦੇ ਵਿੱਚ ਪਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਅਸੀਂ ਤਰੱਕੀ ਕਰ ਸਕਦੇ ਹਾਂ ਔਰ ਕਾਨੂੰਨ ਨੂੰ ਵਾਇਲੇਟ ਨਹੀਂ ਕਰਨਾ ਚਾਹੀਦਾ, ਕਾਨੂੰਨ ਦੀ ਹੁਕਮਰਾਨੀ ਨੂੰ ਸਾਨੂੰ ਮਜ਼ਬੂਤ ਕਰਨਾ ਚਾਹੀਦਾ। ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਤਸ਼ਰੀਫ ਲਿਆਏ, ਸਾਡੇ ਨਾਜ਼ਰੀਨ ਨੂੰ ਤੁਸੀਂ ਚੰਗੀਆਂ ਗੱਲਾਂ ਦਸੀਆਂ ਕਿ ਸਮਾਜ ਨੂੰ ਸੁਧਾਰਨ ਵਾਸਤੇ ਕਾਨੂੰਨ ਦੀ ਹੁਕਮਰਾਨੀ ਕਿਤਨੀ ਜ਼ਰੂਰੀ ਹੈ। ਨਾਜ਼ਰੀਨ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਜਦੋਂ ਤੱਕ ਮੁਆਸ਼ਰੇ ਦੇ ਵਿੱਚ ਕਾਨੂੰਨ ਦੀ ਹੁਕਮਰਾਨੀ ਨਹੀਂ ਹੋਏਗੀ, ਜਦੋਂ ਤੱਕ ਅਸੀਂ ਖੁਦ ਕਵਾਨੀਨ ਤੇ ਅਮਲ ਦਰਾਮਦ ਨਹੀਂ ਕਰਾਂਗੇ, ਸਾਡਾ ਮੁਆਸ਼ਰਾ ਜਿਹੜਾ ਹੈ ਉਹ ਬਦ ਤੋਂ ਬਦਤਰੀਨ ਹੁੰਦਾ ਜਾਏਗਾ। ਸਾਡੇ ਮੁਆਸ਼ਰੇ ਦੇ ਵਿੱਚ ਅੱਜ ਜਿਹੜੇ ਸਾਨੂੰ ਮਸਾਇਲ ਨਜ਼ਰ ਆਉਂਦੇ ਨੇ, ਅੱਜ ਜਿਹੜਾ ਸਾਨੂੰ ਇੰਤਸ਼ਾਰ ਨਜ਼ਰ ਆਉਂਦਾ ਹੈ, ਅੱਜ ਸਾਨੂੰ ਜਿਹੜੀ ਬਦਅਮਨੀ ਨਜ਼ਰ ਆਉਂਦੀ ਹੈ, ਅੱਜ ਸਾਨੂੰ ਜਿਹੜੀ ਗੁਰਬਤ ਨਜ਼ਰ ਆਉਂਦੀ ਹੈ, ਇਹਨਾਂ ਦੇ ਪਿੱਛੇ ਇੱਕ ਹੀ ਵਜ੍ਹਾ ਹੈ ਕਿ ਅਸੀਂ ਕਾਨੂੰਨ ਤੇ ਅਮਲ ਦਰਾਮਦ ਨਹੀਂ ਕਰ ਰਹੇ। ਜਦੋਂ ਅਸੀਂ ਕਾਨੂੰਨ ਤੇ ਅਮਲ ਦਰਾਮਦ ਕਰਨ ਲੱਗ ਪਵਾਂਗੇ, ਸਾਡੇ ਸਾਰੇ ਮਸਾਇਲ ਆਟੋਮੈਟਿਕਲੀ ख़त्म ਹੋ ਜਾਣਗੇ। ਅੱਜ ਦੇ ਪ੍ਰੋਗਰਾਮ ਇੱਥੋਂ ਤੱਕ ਹੀ। ਬਹੁਤ ਸ਼ੁਕਰੀਆ। ਅੱਲਾ ਹਾਫਿਜ਼।